ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਘੜੇ ਫੁੰਡਣੇ ਤੇ ਮਿੱਠੇ ਖੂਹ ਦਾ ਖਾਰਾ ਹੋਣਾ। ਭਾਵੇਂ ਮਾਤਾ ਜੀ ਪਿਆਰ ਨਾਲ ਗੁਰੂ ਜੀ ਨੂੰ ਵਰਜਦੇ ਵੀ ਰਹਿੰਦੇ, ਲਾਲ ਜੀ ਤੀਰ ਤੇ ਗੁਲੇਲੇ ਚਲਾਉਣੇ ਛੱਡ ਦਿਓ, ਪਰ ਗੁਰੂ ਜੀ ਆਖਦੇ, ਮਾਤਾ ਜੀ ਇਹ ਤਾਂ ਸਾਡੀ ਕਸਰਤ ਹੈ। ਸਾਡੇ ਬਾਬਾ ਜੀ ਵੀ ਤਾਂ ਇਹੋ ਕਸਰਤਾਂ ਕਰਦੇ ਤੇ ਕਰਾਉਂਦੇ ਸਨ। ਤੁਸੀਂ ਆਪ ਤਾਂ ਮੈਨੂੰ ਸਭ ਕੁਝ ਦੱਸਿਆ ਹੈ, ਫਿਰ ਮੈਨੂੰ ਕਿਉਂ ਰੋਕਦੇ ਹੋ? ਇਹ ਆ ਕੇ ਦਰਿਆ ਕਿਨਾਰੇ ਭੱਜ ਜਾਂਦੇ ਤੇ ਜਾਂਦੇ ਜਾਂਦੇ ਜਿੰਨੇ ਵੀ ਘੜੇ ਪਾਣੀ ਭਰੀ ਆਉਂਦੇ, ਸਭ ਨੂੰ ਗੁਲੇਲੇ ਮਾਰ ਮਾਰ ਕੇ ਤੋੜ ਜਾਂਦੇ ਜਾਂ ਭੰਨ ਜਾਂਦੇ। ਮਾਤਾ ਜੀ ਨੇ ਵੇਖਿਆ ਕਿ ਸਾਹਿਬਜ਼ਾਦਾ ਜੀ ਨਹੀਂ ਮੁੜਦੇ ਤਾਂ ਉਹਨਾਂ ਆਖਣਾ ਹੀ ਛੱਡ ਦਿੱਤਾ ਸੀ, ਪਰ ਦਿਲੋਂ ਸੋਚਦੇ ਰਹਿੰਦੇ ਕਿ ਕੀ ਕਰੀਏ। ਇੱਕ ਵਾਰੀ ਕਿਸੇ ਘਰੋਂ ਇੱਕ ਮੁਸਲਮਾਨ ਪ੍ਰਭਾਣੀ ਘੜਾ ਪਾਣੀ ਦਾ ਲੈਣ ਆਈ। ਖੂਹ ਬਿਲਕੁਲ ਹੀ ਉਸ ਖੁੱਲ੍ਹੇ ਵਿਹੜੇ ਵਿੱਚ ਹੀ ਸੀ ਜਿੱਥੇ ਗੁਰੂ ਪਰਿਵਾਰ ਦੀ ਰਿਹਾਇਸ਼ ਸੀ। ਨਾਲੇ ਪਾਣੀ ਲੈਣ ਵਾਲਿਆਂ ਵੀ ਜਾਣ ਜਾਣ ਕੇ ਇੱਧਰ ਹੀ ਆਉਂਦੀਆਂ ਸਨ, ਕਿਉਂਕਿ ਇੱਕ ਘੜੇ ਦੇ ਟੁੱਟਣ ਨਾਲ ਮਾਤਾ ਜੀ ਕਈ ਘੜਿਆਂ ਦਾ ਮੁੱਲ ਦਿੰਦੇ, ਨਾਲੇ ਆਜਿਜ਼ੀ ਨਾਲ ਖਿਮਾ ਮੰਗਦੇ ਤੇ ਐਸੇ ਪਿਆਰ ਨਾਲ ਪੇਸ਼ ਆਉਂਦੇ ਕਿ ਤਿਉੜੀਆਂ ਵਾਲੇ ਮੱਥੇ 'ਤੇ ਹੀ ਖੇੜਾ ਆ ਜਾਂਦਾ ਸੀ। ਪਰ ਜਿਸ ਦਿਨ ਮੁਸਲਮਾਨ ਪ੍ਰਭਾਣੀ ਘੜਾ ਲਿਜਾ ਰਹੀ ਸੀ ਤਾਂ ਬਾਲਕ ਗੁਰੂ ਜੀ ਨੇ ਐਸਾ ਗੁਲੇਲਾ ਮਾਰਿਆ ਕਿ ਉਸ ਦੀ ਪੁੜਪੜੀ ਵਿੱਚ ਵੱਜਾ। ਉਹ ਕੜਮ ਕਰਕੇ ਡਿੱਗੀ ਤੇ ਬੇਹੋਸ਼ ਹੋ ਗਈ। ਮਾਤਾ ਜੀ ਨੇ ਘਿਓ ਦੁੱਧ ਪਿਆਇਆ, ਪੱਟੀ ਬੰਨ੍ਹੀ, ਤੇਲ ਦੀ ਮਾਲਿਸ਼ ਕੀਤੀ ਤੇ ਫਿਰ 5 ਮੁਹਰਾਂ ਦੇ ਕੇ ਵਾਪਸ ਕੀਤਾ। ਪਰ ਇਸ ਮਗਰੋਂ ਮਾਤਾ ਜੀ ਨੇ ਦੁਖਤ ਹਿਰਦੇ ਨਾਲ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 9 ਗੁਰੂਆਂ ਤੱਕ ਅਰਦਾਸ ਕੀਤੀ ਤੇ ਕਿਹਾ, ਹੇ ਸਤਿਗੁਰੂ, ਇਸ ਖੂਹ ਦੇ ਪਾਣੀ ਨੂੰ ਖਾਰਾ ਕਰ ਦਿਓ ਤਾਂ ਕਿ ਇਹ ਕਲੇਸ਼ ਮੁੱਕ ਜਾਏ। ਸੱਚਮੁੱਚ ਹੀ ਉਸ ਖੂਹ ਦਾ ਪਾਣੀ ਉਸੇ ਦਿਨ ਹੀ ਖਾਰਾ ਹੋ ਗਿਆ ਤੇ ਅਜੇ ਤੱਕ ਖਾਰਾ ਹੀ ਹੈ। ਸੋਨੇ ਦਾ ਕੰਗਣ ਦਰਿਆ ਵਿੱਚ ਸੁੱਟਣਾ। ਇੱਕ ਵਾਰ ਖੇਡਦੇ ਖੇਡਦੇ ਦਰਿਆ ਵਿੱਚ ਨਹਾ ਰਹੇ ਸਨ ਕਿ ਇੱਕ ਹੱਥ ਵਿੱਚੋਂ ਸੋਨੇ ਦਾ ਕੰਗਣ ਲੱਥ ਕੇ ਪਾਣੀ ਵਿੱਚ ਡਿੱਗ ਪਿਆ। ਚਲੋ ਡਿੱਗ ਪਿਆ ਹੈ ਤਾਂ ਕਿ ਖੇਡਾਂ ਖੇਡਦੇ ਗੁਰੂ ਬਾਲਕ ਨੇ ਪਰਵਾਹ ਨਾ ਕੀਤੀ, ਪਰ ਜਦ ਕੁਝ ਚਿਰ ਮਗਰੋਂ ਘਰ ਆਏ ਤਾਂ ਮਾਤਾ ਜੀ ਨੇ ਇੱਕ ਹੱਥ ਵਿੱਚ ਕੰਗਣ ਨਾ ਦੇ ਕੇ ਕਿਹਾ, ਲਾਲ ਜੀ ਦੂਜਾ ਕੰਗਣ ਕਿੱਥੇ ਹੈ? ਮਾਤਾ ਜੀ ਡਿੱਗ ਪਿਆ ਹੈ। ਮਾਤਾ ਜੀ ਪੁੱਛਦੇ, ਲਾਲ ਜੀ ਕਿੱਥੇ ਡਿੱਗ ਪਿਆ ਹੈ? ਬਾਲਾ ਪ੍ਰੀਤਮ ਕਹਿੰਦੇ, ਮਾਤਾ ਜੀ ਲੱਭੇਗਾ ਨਹੀਂ। ਮਾਤਾ ਜੀ ਕਹਿੰਦੇ, ਨਹੀਂ ਲਾਲ ਜੀ, ਚਲੋ ਮੇਰੇ ਨਾਲ, ਦੱਸੋ ਤਾਂ ਸਹੀ। ਬਾਲਾ ਪ੍ਰੀਤਮ ਕਹਿੰਦੇ, ਚਲੋ ਮਾਤਾ ਜੀ, ਆਓ ਦੱਸਾਂ। ਮਾਤਾ ਜੀ ਤੇ ਕੁਝ ਸੇਵਕ ਬਾਲਾ ਪ੍ਰੀਤਮ ਜੀ ਦੇ ਨਾਲ ਚੱਲ ਪਏ। ਹੌਲੀ ਹੌਲੀ ਮੁਸਕਰਾਉਂਦੇ ਤੇ ਚੱਲਦੇ ਚੱਲਦੇ ਦਰਿਆ ਦੇ ਕਿਨਾਰੇ ਜਾ ਪੁੱਜੇ। ਦਰਿਆ ਦੇ ਕਿਨਾਰੇ ਪੁੱਜ ਕੇ ਦੂਜਾ ਕੰਗਣ ਵੀ ਅੱਛੋ ਭਲੇ ਹੀ ਲਾ ਕੇ ਹੱਥ ਵਿੱਚ ਫੜ ਲਿਆ। ਮਾਤਾ ਜੀ ਨੇ ਕਿਹਾ, ਕਿੱਥੇ ਡਿੱਗਾ ਹੈ ਲਾਲ ਜੀ, ਦੱਸੋ। ਤਾਂ ਹੱਥ ਵਿੱਚ ਫੜਿਆ ਕੰਗਣ ਦਰਿਆ ਵਿੱਚ ਵਗਾ ਕੇ ਸੁੱਟ ਦਿੱਤਾ ਤੇ ਕਹਿਣ ਲੱਗੇ, ਮਾਤਾ ਜੀ ਨਹਾਉਂਦੇ ਨਹਾਉਂਦੇ ਇੱਥੇ ਕੁ ਡਿੱਗਾ ਸੀ। ਮਾਤਾ ਨਾਨਕੀ ਜੀ ਇਸ ਅਸਚਰਜ ਕੌਤਕ ਨੂੰ ਵੇਖ ਕੇ ਚੁੱਪ ਹੀ ਕਰ ਗਏ, ਗੁੱਸੇ ਨੂੰ ਵਿੱਚੇ ਵਿੱਚ ਪੀ ਗਏ। ਉਹ ਪੁੱਤਰ ਗੁਰੂ ਤੇਗ ਬਹਾਦਰ ਜੀ ਦੀ ਹਦਾਇਤ ਸੀ ਕਿ ਸਾਹਿਬਜ਼ਾਦੇ ਨੂੰ ਕਿਸੇ ਗੱਲੋਂ ਵੀ ਗੁੱਸੇ ਨਹੀਂ ਹੋਣਾ, ਅਦਬ ਤੇ ਸਤਿਕਾਰ ਹੀ ਕਰਨਾ ਹੈ ਦੀ ਸਿੱਖਿਆ ਨੂੰ ਹਰ ਸਮੇਂ ਚੇਤੇ ਰੱਖਦੇ ਸਨ। ਇਸ ਲਈ ਉਹ ਚੁੱਪ ਕੀਤੇ ਵਾਪਸ ਮੁੜ ਆਏ। ਪਟਨੇ ਦਾ ਨਵਾਬ। ਇੱਕ ਵਾਰੀ ਪਟਨੇ ਦੇ ਨਵਾਬ ਦੀ ਪਾਲਕੀ ਆ ਰਹੀ ਸੀ। ਅੱਗੇ ਅੱਗੇ ਅਹਿਦੀਆ ਆਵਾਜ਼ ਦਿੰਦੇ ਜਾ ਰਹੇ ਸਨ, ਖੜ੍ਹੇ ਹੋ ਜਾਓ, ਨਵਾਬ ਸਾਹਿਬ ਦੀ ਸਵਾਰੀ ਆ ਰਹੀ ਹੈ। ਉਦੋਂ ਰਿਵਾਜ ਸੀ ਕਿ ਹਰ ਆਦਮੀ ਨੂੰ ਅਜਿਹੇ ਸਮੇਂ ਨਵਾਬਾਂ ਤੇ ਵੱਡੇ ਵੱਡੇ ਜਗੀਰਦਾਰਾਂ ਨੂੰ ਚੁੱਕ ਚੁੱਕ ਕੇ ਸਲਾਮਾਂ ਕਰਨੀਆਂ ਪੈਂਦੀਆਂ ਸਨ ਤੇ ਜਦ ਤੱਕ ਸਵਾਰੀ ਨਾ ਲੰਘ ਜਾਂਦੀ, ਪਿੱਛੇ ਹਟ ਕੇ ਲੰਮੀਆਂ ਕਤਾਰਾਂ ਵਿੱਚ ਖੜ੍ਹੇ ਹੋਈ ਜਾਣਾ ਪੈਂਦਾ ਸੀ।
ਸਭ ਲੋਕ ਖੜ੍ਹੇ ਹੋਈ ਜਾ ਰਹੇ ਸਨ। ਸੋ ਇਸ ਸਮੇਂ ਇੱਕ ਅਜੀਬ ਕੌਤਕ ਹੋਇਆ। ਇਸੇ ਸਮੇਂ ਬਾਲਕਾਂ ਨਾਲ ਖੇਡਦੇ ਦਰਿਆ ਵੱਲੋਂ ਬਾਲਕ ਸਾਹਿਬਜ਼ਾਦਾ ਜੀ ਬਹੁਤ ਸਾਰੇ ਬਾਲਕਾਂ ਸਮੇਤ ਆ ਰਹੇ ਸਨ। ਉਹਨਾਂ ਨੂੰ ਕੀ ਪਰਵਾਹ ਸੀ। ਉਹਨਾਂ ਨੇ ਵੇਖਿਆ ਕਿ ਅੱਗੇ ਲੋਕ ਕਤਾਰਾਂ ਵਿੱਚ ਲੱਗ ਖੜੋਈ ਜਾ ਰਹੇ ਸਨ। ਅੱਗੋਂ ਨਵਾਬ ਦੇ ਅਹਿਲਦੀਏ ਚੌਬਰਦਾਰਾਂ ਨੇ ਆਵਾਜ਼ ਦਿੱਤੀ, ਬਾਲਕੋ ਇੱਕ ਪਾਸੇ ਹੋ ਕੇ ਖੜ੍ਹੇ ਹੋ ਜਾਓ, ਨਵਾਬ ਸਾਹਿਬ ਦੀ ਅਸਵਾਰੀ ਆ ਰਹੀ ਹੈ। ਸਭ ਨੇ ਜਦ ਨਵਾਬ ਸਾਹਿਬ ਦੀ ਸਵਾਰੀ ਆਵੇ ਤਾਂ ਚੁੱਕ ਕੇ ਸਲਾਮ ਕਰਨੀ ਹੈ। ਅਸੀਂ ਸਲਾਮ ਕਰੀਏ? ਅਸਾਂ ਸਲਾਮ ਕੋਈ ਨਹੀਂ ਕਰਨੀ। ਗੁਰੂ ਬਾਲਕ ਨੇ ਨਿਰਭੈਤਾ ਨਾਲ ਸਭ ਬਾਲਕਾਂ ਨੂੰ ਹੁਕਮ ਦੇ ਦਿੱਤਾ। ਕਿਸੇ ਦੇ ਹੱਥਾਂ ਵਿੱਚ ਗੁਲੇਲ ਸੀ, ਕਿਸੇ ਦੇ ਹੱਥ ਵਿੱਚ ਕਾਨਿਆਂ ਦੇ ਤੀਰ ਤੇ ਮੋਢਿਆਂ 'ਤੇ ਨਿੱਕੀਆਂ ਨਿੱਕੀਆਂ ਕਮਾਨਾਂ ਸਨ। ਲੋਕ ਤਾਂ ਨਵਾਬ ਨੂੰ ਸਲਾਮ ਕਰਨ ਲਈ ਖੜ੍ਹੇ ਸਨ, ਪਰ ਇਸ ਗੁਰੂ ਬਾਲਕ ਦੀ ਫੌਜ ਨੇ ਮੌਜ ਵਿੱਚ ਮੌਜ ਪੈਦਾ ਕਰ ਦਿੱਤੀ। ਸਭ ਦਾ ਧਿਆਨ ਇਹਨਾਂ ਵੱਲ ਖਿੱਚਿਆ ਗਿਆ। ਨਵਾਬ ਦੀ ਪਾਲਕੀ ਦੇ ਅੱਗੇ ਕੁਝ ਸਵਾਰ ਸਨ, ਉਹ ਵੀ ਨਿੱਕੇ ਨਿੱਕੇ 4-4, 5-5 ਸਾਲਾਂ ਦੇ ਬਾਲਕਾਂ ਦੀ ਭੀੜ ਨੂੰ ਵੇਖ ਕੇ ਹੈਰਾਨ ਹੋ ਗਏ, ਜਿਹੜੇ ਬੜੀ ਨਿਰਭੈਤਾ ਨਾਲ ਉਹਨਾਂ ਵੱਲ ਵੇਖ ਰਹੇ ਸਨ ਤੇ ਆਪੋ ਵਿੱਚ ਗੱਲਾਂ ਕਰ ਕੇ ਹੱਸ ਰਹੇ ਸਨ। ਸਵਾਰ ਲੰਘ ਗਏ। ਹੁਣ ਪਾਲਕੀ ਬਾਲਕਾਂ ਦੇ ਸਾਹਮਣੇ ਆਈ ਤਾਂ ਸਭ ਬਾਲਕਾਂ ਨੇ ਨਵਾਬ ਵੱਲ ਵੇਖ ਕੇ ਮੂੰਹ ਖਿਰਾਇਆ ਤੇ ਫਿਰ ਝੱਟ ਹੀ ਪਿਛਾਂਹ ਵੱਲ ਦੌੜ ਗਏ। ਨਵਾਬ ਪਹਿਲੇ ਤਾਂ ਖਫਾ ਹੋਇਆ, ਪਰ ਜਦ ਪੁੱਛ-ਗਿੱਛ ਕਰਨ 'ਤੇ ਪਤਾ ਲੱਗਾ ਕਿ ਇਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਹਿਬਜ਼ਾਦਾ ਤੇ ਸਭ ਉਹਨਾਂ ਦੇ ਹਾਣੀ ਬਾਲਕ ਹਨ ਜੋ ਖੇਡਦੇ ਫਿਰਦੇ ਹਨ। ਕਈਆਂ ਨੇ ਉਸ ਵੇਲੇ ਗੁਰੂ ਬਾਲਕ ਦੀ ਸਗੋਂ ਤਾਰੀਫ ਕੀਤੀ। ਅੱਲਾਹ ਦਾ ਜ਼ਹੂਰ ਹੈ, ਨੂਰ ਹੈ, ਇਹ ਬਾਲਕ ਗੁਰੂ ਜੀ ਦਾ ਸਾਹਿਬਜ਼ਾਦਾ ਹੈ। ਜੋ ਮੂੰਹੋਂ ਕਹਿ ਦੇਵੇ ਉਹ ਸੱਚ ਹੋ ਜਾਂਦਾ ਹੈ। ਨਵਾਬ ਨੂੰ ਗੁੱਸਾ ਤਾਂ ਬੜਾ ਆਇਆ ਸੀ, ਪਰ ਗੁਰੂ ਤੇਗ ਬਹਾਦਰ ਜੀ ਦੀ ਆਤਮਕ ਸ਼ਕਤੀ ਦਾ ਚਮਤਕਾਰ ਉਹ ਵੇਖ ਚੁੱਕਾ ਸੀ ਤੇ ਫਿਰ ਉਹਨਾਂ ਦਾ ਸਾਹਿਬਜ਼ਾਦਾ ਵੀ ਤਾਂ ਉਹੋ ਜਿਹਾ ਹੀ ਹੋਣਾ ਹੈ, ਇਹ ਖਿਆਲ ਕਰਕੇ ਉਹ ਚੁੱਪ-ਚਾਪ ਅੱਗੇ ਲੰਘ ਗਿਆ। ਸਭ ਵੇਖਣ ਵਾਲੇ ਸਾਹਿਬਜ਼ਾਦਾ ਜੀ ਦੀ ਇਸ ਦਲੇਰੀ 'ਤੇ ਹੈਰਾਨ ਪਰੇਸ਼ਾਨ ਰਹਿ ਗਏ, ਕਿਉਂਕਿ ਉਸ ਸਮੇਂ ਤਾਂ ਮੁਸਲਮਾਨ ਹਾਕਮਾਂ ਦੀ ਜੀ ਹਜ਼ੂਰੀ ਕਰਕੇ ਹੀ ਤਾਂ ਕੋਈ 4 ਦਿਨ ਸੁੱਖ ਦੇ ਕੱਟ ਸਕਦਾ ਸੀ। ਅੱਗੋਂ ਬੋਲ ਕੇ ਜਾਂ ਵੰਗਾਰ ਕੇ ਕੌਣ ਰਹਿ ਸਕਦਾ ਸੀ। ਪਰ ਸਾਹਿਬਜ਼ਾਦਾ ਜੀ ਹੋਣਹਾਰ ਬਿਰਵਾ ਕਿ ਚਿਕਨੇ ਚਿਕਨੇ ਪਾਤ ਦੀ ਕਹਾਵਤ ਅਨੁਸਾਰ ਜਿਸ ਨਿਰਭੈਤਾ ਤੇ ਦਲੇਰੀ ਦਾ ਉਹਨਾਂ ਨੇ ਅੱਗੋਂ ਜਲਵਾ ਦਿਖਾਉਣਾ ਸੀ, ਉਸ ਦਾ ਅਕਸ ਬਚਪਨ ਵਿੱਚ ਹੀ ਪ੍ਰਗਟ ਹੋਣ ਲੱਗ ਗਿਆ ਸੀ। ਬਾਲਾ ਪ੍ਰੀਤਮ ਜੀ ਤੇ ਬਿਰਧ ਮਾਈ ਚੋਜੀ ਪ੍ਰੀਤਮ ਜੀ ਹਰ ਰੋਜ਼ ਕੋਈ ਨਵੇਂ ਤੋਂ ਨਵਾਂ ਕੌਤਕ ਰਚਦੇ। ਆਪ ਖੇਡਦੇ ਖੇਡਦੇ ਆਂਢ ਗੁਆਂਢ ਕਦੀ ਕਿਸੇ ਦੇ ਘਰ ਕਦੀ ਕਿਸੇ ਦੇ ਘਰ ਫੇਰੀ ਪਾਉਂਦੇ ਅਤੇ ਆਪਣੇ ਹਾਣੀਆਂ ਨਾਲ ਖੇਡਦੇ ਹੋਏ ਜਿੱਧਰ ਜਾਂਦੇ ਉਹ ਆਪਣੇ ਧਨ ਭਾਗ ਸਮਝਦੇ, ਆਦਰ ਕਰਦੇ, ਸਤਿਕਾਰ ਕਰਦੇ, ਪਿਆਰ ਕਰਦੇ। ਕਈ ਆਂਢਣਾ ਗੁਆਂਢਣਾ ਇਸੇ ਚਾਅ ਤੇ ਉਡੀਕ ਵਿੱਚ ਰਹਿੰਦੀਆਂ ਤੇ ਗੋਬਿੰਦ ਗੋਪਾਲ ਲਾਲ ਜੀ ਅੱਜ ਉਹਨਾਂ ਦੇ ਘਰ ਚਰਨ ਪਾਉਣਗੇ। ਸ਼੍ਰੀ ਕਲਗੀਧਰ ਪ੍ਰੀਤਮ ਜੀ ਦੇ ਘਰੋਂ ਥੋੜ੍ਹੀ ਦੂਰ ਇੱਕ ਬਿਰਧ ਮਾਈ ਰਹਿੰਦੀ ਸੀ, ਜੋ ਇਕੱਲੀ ਕਾਰੀ ਸੀ ਤੇ ਉਸ ਦਾ ਕੋਈ ਆਸਰਾ ਨਹੀਂ ਸੀ। ਉਹ ਵਿਚਾਰੀ ਪੂਣੀਆਂ ਤੋਂ ਸੂਤ ਕੱਤ ਕੇ ਜੀਵਨ ਨਿਰਵਾਹ ਕਰਦੇ। ਪਤਾ ਨਹੀਂ ਚੋਜੀ ਪ੍ਰੀਤਮ ਜੀ ਦੇ ਦਿਲ ਅੰਦਰ ਕੀ ਖਿਆਲ ਆਇਆ। ਆਪ ਖੇਡਦੇ ਖੇਡਦੇ ਉਸ ਮਾਤਾ ਜੀ ਦੇ ਘਰ ਗਏ। ਮਾਤਾ ਜੀ ਨੇ ਧਨ ਭਾਗ ਜਾਣ ਕੇ ਬੜਾ ਆਦਰ ਕੀਤਾ ਤੇ ਬੇਨਤੀ ਕੀਤੀ, ਗੋਬਿੰਦ ਰਾਏ ਜੀ, ਮੈਂ ਗਰੀਬਣੀ ਹਾਂ, ਤੁਸੀਂ ਪਾਤਸ਼ਾਹ ਹੋ, ਮੇਰੇ ਘਰ ਤਾਂ ਤੁਹਾਡੇ ਬਿਠਾਉਣ ਲਈ ਕੋਈ ਮੂੜਾ ਵੀ ਨਹੀਂ। ਗੋਬਿੰਦ ਰਾਏ ਜੀ ਹੱਸ ਪਏ। ਖੇਡਦੇ ਖੇਡਦੇ ਉਸ ਮਾਈ ਦੀ ਪੂਣੀਆਂ ਵਾਲੀ ਤੇ ਮੁੱਢਿਆਂ ਵਾਲੀ ਪਟਾਰੀ ਚੁੱਕ ਕੇ ਖਿਲਾਰ ਦਿੱਤੀ। ਉਸ ਮਾਈ ਨੂੰ ਬੜਾ ਗੁੱਸਾ ਚੜ੍ਹਿਆ, ਕਿਉਂਕਿ ਉਸ ਵਿਚਾਰੀ ਦਾ ਜੀਵਨ ਨਿਰਬਾਹ ਹੀ ਇਸ ਗੱਲ 'ਤੇ ਸੀ।
ਜਦੋਂ ਗੋਬਿੰਦ ਰਾਏ ਜੀ ਇਸ ਤਰ੍ਹਾਂ ਉਸ ਦੀਆਂ ਪੂਣੀਆਂ 'ਤੇ ਮੂੜੇ ਖਿਲਾਰ ਜਾਂਦੇ ਤਾਂ ਉਹ ਮਨਮੋਹਨ ਲਾਲ ਜੀ ਨੂੰ ਫੜਨ ਲਈ ਉਸ ਦੇ ਮਗਰ ਦੌੜ ਕੇ ਆ ਜਾਂਦੇ। ਉਹ ਉਲਾਂਭਾ ਲੈ ਕੇ ਜਾਂਦੇ ਤਾਂ ਮਾਤਾ ਨਾਨਕੀ ਜੀ ਉਸ ਮਾਈ ਨੂੰ ਉਸ ਦੇ ਗੁਜ਼ਾਰੇ ਜੋਗਾ ਕੁਛ ਨਾ ਕੁਛ ਦੇ ਛੱਡਦੇ ਅਤੇ ਉਹ ਅਸੀਸਾਂ ਦਿੰਦੀ ਵਾਪਸ ਚਲੀ ਜਾਂਦੀ। ਚੌਧਰੀ ਪ੍ਰੀਤਮ ਜੀ ਖੇਡਦੇ ਖੇਡਦੇ ਰੋਜ਼ ਹੀ ਉਸ ਮਾਈ ਦੇ ਘਰ ਚਲੇ ਜਾਂਦੇ ਅਤੇ ਉਸ ਦਾ ਸੂਤ ਖਰਾਬ ਕਰ ਆਉਂਦੇ। ਜਦੋਂ ਉਹ ਫੜਨ ਲਈ ਮਗਰ ਦੌੜਦੀ ਤਾਂ ਆਪ ਘਰ ਆ ਜਾਂਦੇ। ਜਦ ਉਹ ਉਲਾਂਭਾ ਲੈ ਕੇ ਆਉਂਦੀ ਤਾਂ ਮਾਤਾ ਨਾਨਕੀ ਜੀ ਜ਼ਰੂਰ ਹੀ ਉਸ ਨੂੰ ਕੁਝ ਨਾ ਕੁਝ ਦੇ ਕੇ ਵਿਦਾ ਕਰਦੇ। ਇੱਕ ਦਿਨ ਗੋਬਿੰਦ ਰਾਏ ਜੀ ਇਸ ਮਾਈ ਨੂੰ ਕਹਿਣ ਲੱਗੇ, ਸਾਨੂੰ ਨਹੀਂ ਇਹ ਚੰਗਾ ਲੱਗਦਾ, ਤੁਸੀਂ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ। ਆਪਣੇ ਲਾਲ ਦੇ ਇਹ ਬਚਨ ਸੁਣ ਕੇ ਮਾਤਾ ਜੀ ਹੱਸ ਪਏ ਅਤੇ ਉਸ ਮਾਈ ਅੱਗੇ ਬੇਨਤੀ ਕਰਨ ਲੱਗੇ ਕਿ ਤੁਸੀਂ ਗੋਬਿੰਦ ਰਾਏ ਜੀ ਦੇ ਬਚਨ ਸੁਣੇ ਹਨ, ਤੁਸੀਂ ਹੁਣ ਇਹ ਕਾਰ ਛੱਡ ਕੇ ਰਾਮ ਨਾਮ ਦਾ ਸਿਮਰਨ ਕਰਿਆ ਕਰੋ ਅਤੇ ਜੋ ਕੁਝ ਅਸੀਂ ਖਾਂਦੇ ਪੀਂਦੇ ਹਾਂ ਆਪਣਾ ਘਰ ਸਮਝ ਕੇ ਤੁਸੀਂ ਵੀ ਰੁੱਖਾ ਮਿੱਸਾ ਪ੍ਰਸ਼ਾਦ ਛਕ ਲਿਆ ਕਰੋ। ਤੁਹਾਡੀ ਇਹ ਉਮਰ ਹੁਣ ਸਿਮਰਨ ਕਰਨ ਦੀ ਹੈ। ਮਾਤਾ ਜੀ ਦੇ ਪਿਆਰ ਭਰੇ ਬਚਨ ਸੁਣ ਕੇ ਉਸ ਮਾਈ ਦੇ ਸਿਰੋਂ ਬੜਾ ਭਾਰਾ ਭਾਰ ਲਹਿ ਗਿਆ ਸੀ। ਉਸ ਨੇ ਮਾਤਾ ਜੀ ਦਾ ਦਿਲੋਂ ਧੰਨਵਾਦ ਕੀਤਾ ਅਤੇ ਕਹਿਣ ਲੱਗੀ ਕਿ ਮੈਨੂੰ ਗੋਬਿੰਦ ਰਾਏ ਜੀ ਸੱਚਮੁੱਚ ਹੀ ਗੋਬਿੰਦ ਰੂਪ ਹੋ ਕੇ ਬਵੜੇ ਹਨ, ਜਿਨ੍ਹਾਂ ਨੇ ਇਸ ਜਨਮ ਵਿੱਚ ਹੀ ਮੇਰਾ ਕਲਿਆਣ ਕਰ ਦਿੱਤਾ ਹੈ। ਮੇਰਾ ਨਿਮਾਣੀ ਨਿਤਾਣੀ ਦਾ ਕੋਈ ਆਸਰਾ ਨਹੀਂ ਸੀ। ਮੈਂ ਸਮਝਦੀ ਸਾਂ ਕਿ ਮਰਨ ਮਗਰੋਂ ਮੇਰਾ ਮੁਰਦਾ ਪਿਆ ਖਰਾਬ ਹੋਵੇਗਾ, ਪਰ ਘਟ ਘਟ ਦੀ ਜਾਣਨਹਾਰ ਗੋਬਿੰਦ ਰਾਏ ਨੇ ਮੇਰੀ ਸਾਰੀ ਚਿੰਤਾ ਨਿਵਰਤ ਕਰ ਦਿੱਤੀ ਹੈ। ਹੁਣ ਮੈਂ ਇਹਨਾਂ ਦੀ ਸ਼ਰਨ ਆ ਗਈ ਹਾਂ ਅਤੇ ਇਹ ਮੇਰੇ ਹੋ ਗਏ ਹਨ। ਮੇਰੇ ਸ਼ਹਿਨਸ਼ਾਹ ਹਲਤ ਪਲਤ ਦੇ ਰਾਖੇ ਗੁਰੂ ਤੇਗ ਬਹਾਦਰ ਜੀ ਆਪੇ ਮੇਰੀ ਰਖਵਾਲੀ ਕਰਨਗੇ। ਇਹਨਾਂ ਕਹਿ ਕੇ ਉਹ ਮਾਈ ਨਮਸਕਾਰ ਕਰਕੇ ਆਪਣੇ ਘਰ ਵਿਦਾ ਹੋਈ ਅਤੇ ਹਥਲਾ ਕੰਮ ਮੁਕਾ ਕੇ ਉਹ ਜਿਸ ਦਾ ਸੂਤ ਕੱਤਣ ਲਈ ਲਿਆਈ ਸੀ ਉਸ ਨੂੰ ਮੋੜ ਆਈ ਅਤੇ ਅੱਗੇ ਤੋਂ ਇਹ ਕੰਮ ਕਰਨ ਵੱਲੋਂ ਨਾਂਹ ਕਰ ਆਈ। ਉਹਨਾਂ ਦੇ ਪੁੱਛਣ 'ਤੇ ਇਸ ਮਾਈ ਨੇ ਉੱਤਰ ਦਿੱਤਾ ਕਿ ਗੋਬਿੰਦ ਜੀ ਨੇ ਹੁਣ ਮੈਨੂੰ ਆਪਣੀ ਚਰਨੀ ਲਾ ਲਿਆ ਹੈ, ਮੈਨੂੰ ਆਪਣੀ ਬਣਾ ਲਿਆ ਹੈ। ਹੁਣ ਮੈਨੂੰ ਕਿਸੇ ਦੁਨੀਆਦਾਰ ਦੀ ਕਾਰ ਕਮਾਉਣ ਦੀ ਕੋਈ ਲੋੜ ਨਹੀਂ ਰਹੀ। ਹੁਣ ਮੇਰੀ ਰਖਵਾਲੀ ਉਹ ਆਪ ਹੀ ਕਰਨਗੇ। ਇਹ ਬਚਨ ਸੁਣ ਕੇ ਸਭਨਾਂ ਦੇ ਹਿਰਦੇ ਸ਼ਰਧਾ ਨਾਲ ਝੁਕ ਗਏ ਅਤੇ ਉਹ ਗੋਬਿੰਦ ਰਾਏ ਜੀ ਦਾ ਜਸ ਗਾਉਣ ਲੱਗੇ।